Hello everyone, welcome to Victor's Knowledge. This is Chinu Sharma, and today we are going to take up a very important lecture, that is important objective type questions MCQs for all upcoming exams, especially ਜਿਹੜੇ ਸਟੂਡੈਂਟ PPSC ਨਾਇਬ ਤਹਿਸੀਲਦਾਰ ਕੋਆਪਰੇਟਿਵ ਜਾਂ ਫਿਰ ਹੋਰ ਪੰਜਾਬ ਪੁਲਿਸ ਦੇ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਇਹ ਇੰਟਰਨੈਸ਼ਨਲ ਨੈਸ਼ਨਲ ਇੰਪੋਰਟੈਂਟ UNO ਆਰਗੇਨਾਈਜੇਸ਼ਨਸ ਦੇ ਉੱਤੇ ਰਿਲੇਟਡ MCQs ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੇ ਹੈਲਪਫੁਲ ਰਹਿਣ ਵਾਲੇ ਨੇ ਐਗਜ਼ਾਮ ਦੇ ਲਈ। ਆਲਸੋ ਮੈਂ ਕਾਫੀ ਟਾਈਮ ਪਹਿਲਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਲਮੋਸਟ ਜਿੰਨੀਆਂ ਵੀ ਟੋਟਲ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ ਉਹਨਾਂ ਉੱਤੇ ਲੈਕਚਰ ਅਪਲੋਡ ਕੀਤੇ ਸੀ ਤੇ ਹੁਣ ਮੈਂ ਤੁਹਾਡੀ ਹੈਲਪ ਦੇ ਲਈ ਉਹ ਦੁਬਾਰਾ ਤੋਂ ਲੈਕਚਰ ਉਸੇ ਤਰ੍ਹਾਂ ਅਪਲੋਡ ਕਰ ਦੂੰਗੀ ਸੋ ਦੈਟ ਤੁਸੀਂ ਇਹ MCQ ਵੀ ਸੋਲਵ ਕਰੋ ਨਾਲ ਨਾਲ ਇੱਕ ਵਾਰੀ ਉਹ ਥਿਊਰੀ ਵੀ ਜ਼ਰੂਰ ਦੇਖ ਲਓ ਕਿਉਂਕਿ ਜਿੰਨੀਆਂ ਵੀ ਇੰਪੋਰਟੈਂਟ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ ਕੋਈ ਵੀ ਪੇਪਰ ਹੋਵੇ ਉਹਦੇ ਵਿੱਚੋਂ 3 ਤੋਂ 4 ਕੁਐਸਚਨ ਜ਼ਰੂਰ ਆਉਂਦੇ ਨੇ ਸਪੈਸ਼ਲੀ ਉਹ ਲੈਕਚਰ ਜਿਹੜੇ ਹੋਣਗੇ ਥਿਊਰੀ ਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਉਹ ਮੈਂ ਇੱਕ ਹੀ ਕੰਬਾਈਨਡ ਦੋ ਪਾਰਟਸ ਨੇ ਇੱਕ ਹੀ ਵੀਡੀਓ ਦੇ ਵਿੱਚ ਅਪਲੋਡ ਕਰੂੰਗੀ ਤੇ ਸਪੈਸ਼ਲੀ PPSC ਦੇ ਵਿੱਚ ਇੱਕ ਟ੍ਰੈਂਡ ਰਿਹਾ ਕਿ ਸਟੇਟਮੈਂਟ ਬੇਸਡ ਕੁਐਸਚਨ ਪੁੱਛੇ ਜਾਂਦੇ ਨੇ ਸੋ ਤੁਸੀਂ ਜੇ ਸਟੇਟਮੈਂਟ ਬੇਸਡ ਕੁਐਸਚਨਸ ਲਈ ਆਪਣੇ ਆਪ ਨੂੰ 100% ਪ੍ਰਿਪੇਅਰ ਕਰਨਾ ਹੈ ਤਾਂ ਤੁਹਾਨੂੰ ਜਿਹੜੇ ਥਿਊਰੀ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੀ ਉਹਨਾਂ ਦੇ ਹੈੱਡਕੁਆਰਟਰਸ ਕਿੰਨੇ ਮੈਂਬਰ ਨੇ ਕਿਹੜੀਆਂ ਕੰਟਰੀਜ਼ ਨੇ ਕਿਸ ਪਰਪਸ ਦੇ ਲਈ ਕਿਹੜੀਆਂ ਜਿਹੜੀਆਂ ਮੈਂਬਰਸ ਨੇ ਉਹਨਾਂ ਨੇ ਅਗਰੀ ਕਰਕੇ ਆਰਗੇਨਾਈਜੇਸ਼ਨ ਤਿਆਰ ਕੀਤੀਆਂ ਨੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਲੇਟੈਸਟ ਕਿਹੜੇ ਮੈਂਬਰ ਜੁਆਇਨ ਕਰਦੇ ਨੇ ਅਲੱਗ-ਅਲੱਗ ਆਰਗੇਨਾਈਜੇਸ਼ਨ ਵਿੱਚ ਸੋ ਇਹ ਸਾਰਾ ਕੁਝ ਤੁਹਾਨੂੰ ਥਿਊਰੀ ਦੇ ਵਿੱਚੋਂ ਮਿਲ ਜੂਗਾ ਤੁਸੀਂ ਉਹ ਲੈਕਚਰਸ ਨੂੰ ਜ਼ਰੂਰ ਦੇਖਣਾ ਹੈ ਨਾਲ ਤੁਸੀਂ ਇਹ ਦੋ ਪਾਰਟ ਹੋਣਗੇ ਅੱਜ ਇਸ ਫਰਸਟ ਪਾਰਟ ਦੇ ਅੰਦਰ ਮੈਂ ਤੁਹਾਡੇ ਨਾਲ ਅਰਾਊਂਡ 82 MCQs ਡਿਸਕਸ ਕਰੂੰਗੀ ਬਾਕੀ ਰਿਮੇਨਿੰਗ MCQ ਨੈਕਸਟ ਪਾਰਟ ਦੇ ਵਿੱਚ ਮੈਂ ਕਵਰ ਕਰੂੰਗੀ ਸੋ ਉਹ ਥਿਊਰੀ ਦੇ ਦੋ ਪਾਰਟ ਪਲੱਸ ਇਹ ਦੋ ਪਾਰਟਸ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ MCQs ਨੇ ਇਹਨਾਂ ਦੋਨਾਂ ਨੂੰ ਦੇਖੋ ਤੁਹਾਡਾ ਜਿਹੜਾ ਪੂਰਾ ਟੌਪਿਕ ਹੈ ਬਹੁਤ ਹੀ ਜ਼ਿਆਦਾ ਸਟਰੋਂਗਲੀ ਪ੍ਰਿਪੇਅਰ ਹੋ ਜਾਊਗਾ Also, before beginning with our today's lecture, I want to share something important with you guys. So, I have compiled special GS MCQs ਤੇ ਇਹਦੇ ਵਿੱਚ ਤੁਹਾਨੂੰ ਨਾਲ 400 ਕਰੰਟ ਅਫੇਅਰ ਦੇ MCQ ਵੀ ਮਿਲ ਰਹੇ ਨੇ ਸਾਲ 2021 ਦੇ ਜੋ ਵੀ ਇੰਪੋਰਟੈਂਟ ਸਿਲੈਕਟਡ ਕਰੰਟ ਅਫੇਅਰਸ ਨੇ ਰਿਵੀਜ਼ਨ ਦੇ ਲਈ ਸੋ ਉਹ ਕੰਪਾਈਲ ਕੀਤੇ ਨੇ ਨਾਲ ਹੀ ਤੁਹਾਨੂੰ 120 ਪੋਲਿਟੀ ਦੇ MCQs 120 ਇਕਨੋਮਿਕਸ 120 ਜਿਓਗ੍ਰਾਫੀ ਇਨਵਾਇਰਨਮੈਂਟ 120 ਹਿਸਟਰੀ ਕਲਚਰ then 800 plus MCQs ਨੇ mixed GS ਤੇ ਸੋ ਇਹਦੇ ਅੰਦਰ ਸਾਰੇ ਟੌਪਿਕਸ ਦੇ ਅਲੱਗ-ਅਲੱਗ ਜਿੰਨੇ ਵੀ ਇੰਪੋਰਟੈਂਟ MCQs ਨੇ including static question covered ਨੇ ਸੋ ਜੇ ਤੁਸੀਂ ਇਹ MCQ ਬਾਏ ਕਰਨੇ ਨੇ you can send email on legalvictor02896@gmail.com ਤੇ ਇੱਕ ਬਹੁਤ ਹੀ ਜ਼ਿਆਦਾ ਵਧੀਆ ਆਫਰ ਹੈ ਤੁਹਾਡੇ ਲਈ ਜਿਹੜੇ ਵੀ ਸਟੂਡੈਂਟ ਇਹ MCQ ਬਾਏ ਕਰਨਗੇ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਜਾ ਰਹੀ ਹੈ ਕਿ ਉਹ ਕਿਸੇ ਵੀ ਇੱਕ GS ਸਬਜੈਕਟ ਦੇ complete theory notes free avail ਕਰ ਸਕਦੇ ਨੇ so you can get free theory notes of any one GS subject of your choice with these 600 plus MCQs compilation so first question ਹੈ United Nations General Assembly ਦਾ regular proper session ਪਹਿਲੀ ਵਾਰੀ ਕਿੱਥੇ ਹੋਇਆ so ਉਹ ਹੋਇਆ ਸੀ option 3 London next ਬਹੁਤ ਹੀ important ਬਾਰ-ਬਾਰ repeat ਹੋਣ ਵਾਲਾ question ਹੈ ਯੂਨਾਈਟਿਡ ਨੇਸ਼ਨ ਦੇ ਨਾਲ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਇੰਸਟੀਟਿਊਸ਼ਨ ਰਿਲੇਟਡ ਨਹੀਂ ਹੈ not related to United Nations so ਉਹ ਹੈ option 4 International Confederation of Free Trade Union ICFTU next ਹੈ World Trade Organization WTO ਦਾ ਮੇਨ ਫੰਕਸ਼ਨ ਕੀ ਹੈ ਸੋ ਉਹਦਾ ਮੇਨ ਫੰਕਸ਼ਨ ਹੈ ਜੋ ਵੀ WTO ਦੀਆਂ ਮੈਂਬਰ ਕੰਟਰੀਜ਼ ਨੇ ਉਹਨਾਂ ਦੇ ਆਪਸ ਦੇ ਜਿੰਨੇ ਵੀ ਮਲਟੀਲੇਟਰਲ ਟ੍ਰੇਡ ਰਿਲੇਸ਼ਨ ਨੇ ਉਹਨਾਂ ਨੂੰ ਸਮੂਥਲੀ ਸਹੀ ਤਰੀਕੇ ਨਾਲ ਚਲਾਉਣਾ ਫੈਸਿਲਿਟੇਟ ਕਰਨਾ ਨਾਲ ਮੈਂਬਰ ਕੰਟਰੀਜ਼ ਦੇ ਟ੍ਰੇਡ ਨੂੰ ਲੈ ਕੇ ਵਪਾਰ ਨੂੰ ਲੈ ਕੇ ਜੋ ਵੀ ਟ੍ਰੇਡ ਪਾਲਿਸੀਆਂ ਨੇ ਉਹਨਾਂ ਦਾ ਟਾਈਮ ਟੂ ਟਾਈਮ ਰਿਵਿਊ ਕਰਨਾ ਜੇ ਕੋਈ ਬਦਲਾਵ ਦੀ ਜ਼ਰੂਰਤ ਹੈ ਉਹ ਬਦਲਾਅ ਕਰਨੇ ਸੋ ਮੇਨ ਕੰਮ ਹੈ WTO ਦਾ facilitating multilateral trade relation of member country and reviewing trade policy next is fourth question world bank ਕਿਸ ਤਰ੍ਹਾਂ ਦੇ ਲੋਨ ਦਿੰਦਾ ਹੈ ਆਮ ਤੌਰ ਤੇ ਸੋ ਵਰਲਡ ਬੈਂਕ ਦਿੰਦਾ ਹੈ ਮੀਡੀਅਮ ਟਰਮ ਲੋਨ ਆਪਸ਼ਨ 2 IMF ਕਿਹੜੀ ਕਾਨਫਰੰਸ ਤੋਂ ਬਾਅਦ ਐਗਜ਼ਿਸਟੈਂਸ ਵਿੱਚ ਆਇਆ IMF ਇੰਟਰਨੈਸ਼ਨਲ ਮੋਨਿਟਰੀ ਫੰਡ ਬਣਿਆ ਸੀ ਬ੍ਰੈਟਨ ਵੁਡ ਕਾਨਫਰੰਸ ਤੋਂ ਬਾਅਦ ਆਪਸ਼ਨ 3 ਜਿਹੜੇ ਵਰਲਡ ਬੈਂਕ ਸਟਰਕਚਰਲ ਐਡਜਸਟਮੈਂਟ ਲੋਨ ਦਿੰਦਾ ਉਹਦਾ ਕੀ ਮਤਲਬ ਹੈ
ਉਹਦਾ ਮਤਲਬ ਹੈ ਕਿ ਇੰਡਸਟਰੀਜ਼ ਜ਼ਿਆਦਾ ਲਗਾਉਣ ਦੇ ਲਈ ਜਦੋਂ ਲੋਨ ਦੀ ਹੈਲਪ ਦਿੱਤੀ ਜਾਂਦੀ ਹੈ, ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਜਾਂਦੀ ਹੈ, ਉਹਨੂੰ ਕਹਿੰਦੇ ਆ ਸਟਰਕਚਰਲ ਐਡਜਸਟਮੈਂਟ। ਸੋ ਐਨਕਰੇਜਿੰਗ ਕੈਪੀਟਲ ਇੰਟੈਂਸਿਵ ਇੰਡਸਟਰੀ। ਇੰਡੀਆ ਨੇ ਵਰਲਡ ਟ੍ਰੇਡ ਦੇ ਵਿੱਚ 1950 ਤੋਂ ਜਿਹੜਾ ਸ਼ੇਅਰ ਰਿਹਾ, ਇੰਡੀਆ ਦਾ ਹਿੱਸਾ ਰਿਹਾ, ਉਹਦਾ ਟ੍ਰੈਂਡ ਕਿਵੇਂ ਦਾ? ਸੋ ਉਹ 1950 ਤੋਂ ਹੀ ਡਿਕਲਾਈਨ ਹੋ ਰਿਹਾ, ਆਪਸ਼ਨ 3। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਸੈਕਟਰੀ ਜਨਰਲ ਨੂੰ ਅਪਾਇੰਟ ਕੌਣ ਕਰਦਾ? ਸੋ ਇਹਨੂੰ ਅਪਾਇੰਟ ਕਰਦੀ ਹੈ ਜਨਰਲ ਅਸੈਂਬਲੀ, ਆਪਸ਼ਨ 1। ਇਹ ਸਾਰੀਆਂ ਚੀਜ਼ਾਂ ਮੈਂ ਬਹੁਤ ਹੀ ਜ਼ਿਆਦਾ ਬਰੀਕੀ ਵਿੱਚ ਜਿਹੜੇ ਥਿਊਰੀ ਦੇ ਪਾਰਟਸ ਨੇ ਉਹਨਾਂ 'ਚ ਡਿਸਕਸ ਕੀਤਾ ਹੋਇਆ, ਸੋ ਉਹ ਤੁਸੀਂ ਜ਼ਰੂਰ ਇੱਕ ਵਾਰੀ ਦੇਖਣੇ ਆ। The General Agreement on Tariff and Trade was replaced by, so GATT ਨੂੰ replace ਕੀਤਾ WTO ਨੇ, option। Who is the chairperson president of UNHRC? So one Federico Villegas. This is very important. And one thing that I want to tell all aspirants is that please do focus on these kind of questions as well, क्योंकि यही कुछ ऐसे topics ने ਜਿਹੜੇ ਤੁਹਾਨੂੰ merit ਵਿੱਚ ਲੈ ਕੇ ਆਉਂਦੇ ਨੇ। ਆਮ ਤੌਰ ਤੇ ਕੀ ਹੈ ਕਿ ਹਿਸਟਰੀ, ਪੋਲਿਟੀ, ਇਹੀ ਸਬਜੈਕਟ ਉੱਤੇ ਸਾਰੇ ਸਟੂਡੈਂਟ ਫੋਕਸ ਕਰਦੇ ਰਹਿੰਦੇ ਨੇ, ਪਰ ਤੁਸੀਂ ਜੇ ਮੈਰਿਟ ਵਿੱਚ ਆਉਣਾ ਤਾਂ ਆਪਣੀ ਜਿਹੜੀ ਤਿਆਰੀ ਹੈ ਉਹਨੂੰ ਬਹੁਤ ਸਮਾਰਟਲੀ ਕਰਨਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹੜੇ-ਕਿਹੜੇ ਇੰਪੋਰਟੈਂਟ ਹੋਰ ਟੌਪਿਕ ਨੇ ਬੇਸਿਕ ਸਬਜੈਕਟਸ ਤੋਂ ਬਾਹਰ ਜਿਹੜੇ ਤੁਸੀਂ ਐਗਜ਼ਾਮ ਦੇ ਲਈ ਤਿਆਰ ਕਰਕੇ ਜਾਣੇ ਆ। Which country is latest? ਸੋ ਇਹਨਾਂ ਚਾਰਾਂ ਦੇ ਵਿੱਚੋਂ UN ਦੀ ਮੈਂਬਰ ਬਣਨ ਵਾਲੀ ਲੇਟੈਸਟ ਕੰਟਰੀ ਹੈ ਈਸਟ ਤਿਮੋਰ, ਆਪਸ਼ਨ 4। Next is very important question. Which of the following from India recognized by UNESCO's World Heritage Committee for its outstanding universal value? So ਇਹਨਾਂ ਚਾਰਾਂ options ਦੀ ਜੇ ਗੱਲ ਕਰੀਏ ਤਾਂ ਇਹਨਾਂ ਚੋਂ latest ਹੈ outstanding universal value ਵਾਲੀ ਸਾਈਟ, option 2, Mahabodhi Temple Complex at Bodh Gaya। Who were made permanent member? UN Security Council ਦੇ permanent member ਕਿੰਨਾ ਦੇਸ਼ਾਂ ਨੂੰ ਬਣਾਇਆ ਗਿਆ? ਸੋ 5 ਉਹ ਮੇਜਰ ਪਾਵਰਸ ਜਿਹੜੀਆਂ ਐਲੀਡ ਫੋਰਸਿਸ ਦੇ ਵਿੱਚ ਸੀਗੀਆਂ ਸੈਕੰਡ ਵਰਲਡ ਵਾਰ ਵਿੱਚ, ਆਪਸ਼ਨ 2 ਇਜ਼ ਰਾਈਟ ਆਨਸਰ ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। UN ਕਨਵੈਨਸ਼ਨ ਔਨ ਰਾਈਟਸ ਆਫ ਚਾਈਲਡ ਦੇ ਅਨੁਸਾਰ ਇਹਨਾਂ ਦੇ ਵਿੱਚੋਂ ਕਿਹੜਾ ਰਾਈਟ ਨਹੀਂ ਹੈ? ਸੋ ਉਹ ਹੈ ਇੰਪਲੋਇਮੈਂਟ, ਆਪਸ਼ਨ 3। STR ਫੈਸਿਲਿਟੀ ਕਿੱਥੇ ਅਵੇਲੇਬਲ ਹੁੰਦੀ ਹੈ? ਸਪੈਸ਼ਲ ਡਰਾਇੰਗ ਰਾਈਟ, ਇਹ ਅਵੇਲੇਬਲ ਹੁੰਦੀ ਹੈ IMF ਇੰਟਰਨੈਸ਼ਨਲ ਮੋਨਿਟਰੀ ਫੰਡ। Headquarters of UNESCO is in, UNESCO ਦੇ headquarters ਨੇ ਪੈਰਿਸ, option 3। ਕਿਹੜੀ ਕੰਟਰੀ ਨੇ ਡਿਸਾਈਡ ਕੀਤਾ ਕਿ ਉਹ ਜੁਆਇਨ ਕਰੂਗੀ UN ਨੂੰ as a member on the basis of result of a referendum? ਸੋ ਉਸ ਦੇਸ਼ ਦੇ ਵਿੱਚ ਇੱਕ ਰੈਫਰੈਂਡਮ ਲਿਆਂਦਾ ਗਿਆ ਤੇ ਉਹ ਰੈਫਰੈਂਡਮ ਦੇ ਵਿੱਚ ਵੋਟਾਂ ਪਾਈਆਂ ਗਈਆਂ, ਫਿਰ ਉਹਦੇ ਆਧਾਰ ਉੱਤੇ ਡਿਸਾਈਡ ਕੀਤਾ ਗਿਆ ਉਸ ਰੈਫਰੈਂਡਮ ਦੇ ਅਕੋਰਡਿੰਗ ਕਿ ਉਹ ਦੇਸ਼ UN ਦਾ ਮੈਂਬਰ ਬਣੂਗਾ, ਡਿਸਾਈਡ ਕੀਤਾ ਜੁਆਇਨ ਕਰਨ ਦੇ ਲਈ, ਸੋ ਉਹ ਹੈ ਆਪਸ਼ਨ 4 ਸਵਿਟਜ਼ਰਲੈਂਡ। SCHOGM scheduled to be held in 2022, very important question। ਬਹੁਤ ਵਾਰੀ ਦੇਖਿਆ ਗਿਆ ਕਿ ਐਗਜ਼ਾਮ ਤੋਂ ਅਗਲੇ 1-2 ਮਹੀਨਿਆਂ ਦੇ ਵਿੱਚ ਜਿਹੜੇ ਸਮਿਟ, ਕਾਨਫਰੰਸ ਹੋਣ ਵਾਲੇ ਹੁੰਦੇ ਨੇ, ਐਗਜ਼ਾਮ ਵਿੱਚ ਉਹਨਾਂ ਬਾਰੇ ਵੀ ਪੁੱਛਿਆ ਜਾਂਦਾ, ਕਿਉਂਕਿ ਸਟੂਡੈਂਟਸ ਕੀ ਨੇ ਐਗਜ਼ਾਮ ਤੱਕ ਦੇ ਕਰੰਟ ਅਫੇਅਰ ਤਿਆਰ ਕਰਦੇ ਨੇ, ਪਰ ਕਰੰਟ ਅਫੇਅਰ ਦਾ ਮਤਲਬ ਹੈ ਕਿ ਸਾਲ 2022 ਦੇ ਅੰਦਰ ਕਿੱਥੇ ਕੀ ਹੋਣ ਵਾਲਾ, ਜੇ ਕੋਈ ਇੰਪੋਰਟੈਂਟ ਇੰਟਰਨੈਸ਼ਨਲ ਸਪੋਰਟ ਇਵੈਂਟ ਹੈ, ਕੋਈ ਸਮਿਟ ਹੈ, ਕਾਨਫਰੰਸ ਹੈ, ਇਹ ਤੁਹਾਨੂੰ ਪਹਿਲਾਂ ਹੀ ਪਤਾ ਹੋਣੇ ਚਾਹੀਦੇ ਨੇ। ਸੋ CHOGM 2022 ਵਿੱਚ ਸ਼ਡਿਊਲ ਹੋਇਆ, ਇਹ ਹੋਊਗਾ ਰਵਾਂਡਾ ਵਿੱਚ, ਆਪਸ਼ਨ 3। UN Secretary General hold office for a period of, UN Secretary General ਆਪਣਾ office hold ਕਰਦੇ ਆ 5 ਸਾਲਾਂ ਲਈ, option 3। Which among the following is not a specialized agency of UNO? So UNO ਦੀ ਜਿਹੜੀ specialized agency ਨਹੀਂ ਹੈ, right answer is 4th, none of the above, ਕਿਉਂਕਿ ਇਹ ਤਿੰਨੋਂ ਹੀ specialized agencies ਨੇ। Which among the following continent does not have any World Cultural Heritage Site? ਇਹ ਤਿੰਨਾਂ continents ਵਿੱਚ ਹੀ ਨੇ, so right answer is option 4, none of the above। Disarmament ਦੇ ਨਾਲ ਕਿਹੜੀ related ਨਹੀਂ ਹੈ ਇਹਨਾਂ ਦੇ ਵਿੱਚੋਂ agreement, treaty? So that is NATO, option D। In which year did UN General Assembly adopted Universal Declaration of Human Rights? So that is option 2, 1948, 10th December is the date। Next is UN organization ਦੇ ਨਾਲ associated ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ organization ਨਹੀਂ ਹੈ? So that is ASEAN, option 4।
ग्रुप ऑफ 7 कंट्रीज किस तरह दी कंट्रीज ने केड़ी स्टेटमेंट है जेडे उन्हां नू करेक्टली डिस्क्राइब कर रही है सो ग्रुप ऑफ 7 इंडस्ट्रियलाइज कंट्रीज नू इकट्ठा करके बनाया गया ऑप्शन बी इंटरपोल दे हेडक्वार्टर किथे ने इंटरनेशनल क्रिमिनल पुलिस ऑर्गेनाइजेशन ये भी बार-बार एग्जाम विच रिपीट हुंदा है सो ऑप्शन 2 इज द राइट आंसर ਇੱਕ ਵਾਰੀ ਫੁੱਲ ਟਰਮ ਦੇ ਲਈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਜਿਹੜੇ ਜੱਜ ਹੈ ਉਹ ਇਲੈਕਟ ਹੋ ਜਾਣ ਕਿੰਨੇ ਸਾਲਾਂ ਦੇ ਲਈ ਸਰਵ ਕਰਦੇ ਨੇ ਐਸ ਜੱਜ ਆਫ ਆਈਸੀਜੇ ਸੋ ਦ ਟੈਨਿਓਰ ਇਜ਼ 9 ਈਅਰ ਵੈਰੀ ਇੰਪੋਰਟੈਂਟ ਕੁਐਸਚਨ ਆਪਸ਼ਨ 3 ਇਜ਼ ਦ ਰਾਈਟ ਆਂਸਰ ਕਿਹੜਾ ਇੰਡੀਅਨ ਸ਼ਹਿਰ ਹੈ ਜਿਹਨੂੰ ਵਰਲਡ ਬੈਂਕ ਨੇ ਆਪਣਾ ਬੈਕ ਆਫਿਸ ਆਪਰੇਸ਼ਨ ਸੈਟਅਪ ਕਰਨ ਦੇ ਲਈ ਚੁਣਿਆ ਸੋ ਉਹ ਹੈ ਚੇਨਈ ਆਪਸ਼ਨ 3 ਯੂਐਨ ਫਲੈਗ ਜਨਰਲ ਅਸੈਂਬਲੀ ਨੇ ਕਦੋਂ adopt ਕੀਤਾ so that was adopted on 20th October 1947 international township ਪੌਂਡੀਚੇਰੀ ਦੇ ਨੇੜੇ ਤਿਆਰ ਕੀਤਾ ਗਿਆ in collaboration with UNESCO ਇਹਦਾ ਨਾਮ ਕੀ ਹੈ very very important so ਉਹਦਾ ਨਾਮ ਹੈ ਔਰੋਵਿਲੇ option B ਕਿਹੜਾ ਰੀਜਨ ਹੈ ਅਮਰੀਕਾ ਦਾ ਜਿੱਥੇ ਸਭ ਤੋਂ ਜ਼ਿਆਦਾ ਵਰਲਡ ਹੈਰੀਟੇਜ ਸਾਈਟਸ ਜਿਹੜੀਆਂ ਯੂਨੈਸਕੋ ਲਿਸਟ ਵਿੱਚ ਦਰਜ ਨੇ ਉਹ ਪਾਈਆਂ ਜਾਂਦੀਆਂ ਨੇ ਸੋ ਉਹ ਹੈ ਸੈਂਟਰਲ ਅਮਰੀਕਾ ਦਾ ਹਿੱਸਾ ਜਿਹੜਾ ਟ੍ਰੋਪਿਕ ਆਫ ਕੈਂਸਰ ਤੇ ਕੈਪਰੀਕੌਨ ਦੇ ਵਿਚਕਾਰ ਪਾਇਆ ਜਾਂਦਾ ਹੈ ਯੂਨੀਸੈਫ ਦੇ ਗੁੱਡਵਿਲ ਅੰਬੈਸਡਰ ਇਹਨਾਂ ਦੇ ਵਿੱਚੋਂ ਕੌਣ ਰਹੇ ਨੇ ਸੋ ਉਹ ਨੇ ਅਮਿਤਾਭ ਬੱਚਨ ਬਾਲੀਵੁੱਡ ਐਕਟਰ ਆਪਸ਼ਨ 1 which from the following site monument in India ਇਹਨਾਂ ਦੇ ਵਿੱਚੋਂ ਯੂਨੈਸਕੋ ਲਿਸਟ ਆਫ ਵਰਲਡ ਕਲਚਰਲ ਸਾਈਟ ਹੈਰੀਟੇਜ ਵਿੱਚ ਕੌਣ ਹੈ ਸੋ ਉਹ ਹੈ ਆਪਸ਼ਨ 3 ਆਗਰਾ ਫੋਰਟ ਸੋ ਇਹ ਗੱਲ ਹੋ ਰਹੀ ਹੈ ਕਲਚਰਲ ਹੈਰੀਟੇਜ ਦੀ which from the following country is not a member of European Union ਦਾ ਮੈਂਬਰ ਜੋ ਨਹੀਂ ਹੈ that is Norway ਸਾਰਕ ਦੀ ਮੈਂਬਰ ਕਿਹੜੀ ਕੰਟਰੀ ਨਹੀਂ ਹੈ ਸੋ that is ਮਿਆਂਮਾਰ ਆਪਸ਼ਨ D ਸਭ ਤੋਂ ਪੁਰਾਣਾ ਹੁਣ ਤੱਕ ਕੰਟੀਨਿਊਸਲੀ ਕਿਹੜਾ ਵਰਲਡ ਬੈਂਕ ਦਾ ਭਾਰਤ ਦੇ ਅੰਦਰ ਆਫਿਸ ਹੈ ਜਿਹੜਾ ਕੰਮ ਕਰ ਰਿਹਾ ਹੈ ਫੰਕਸ਼ਨ ਕਰ ਰਿਹਾ ਹੈ ਸੋ ਓਲਡੈਸਟ ਕੰਟੀਨਿਊਸਲੀ ਫੰਕਸ਼ਨਿੰਗ ਵਰਲਡ ਬੈਂਕ ਕੰਟਰੀ ਆਫਿਸ ਹੈ ਨਿਊ ਦਿੱਲੀ ਵਿੱਚ ਆਪਸ਼ਨ 4 ਨੈਕਸਟ ਇਜ਼ ਯੂਰੋਪੀਅਨ ਯੂਨੀਅਨ ਦੇ ਹੈੱਡਕੁਆਰਟਰਸ ਕਿੱਥੇ ਨੇ ਸੋ ਉਹਨੇ ਬ੍ਰਸਲਸ ਆਪਸ਼ਨ 3 ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਇਸ ਟਾਈਮ ਡਾਇਰੈਕਟਰ ਜਨਰਲ ਕੌਣ ਨੇ ਵੈਰੀ ਵੈਰੀ ਇੰਪੋਰਟੈਂਟ ਸੋ ਰਾਈਟ ਆਂਸਰ ਇਜ਼ ਆਪਸ਼ਨ 2 ngozi konjo-iweala ਬੋਟੈਨੀਕਲ ਸਰਵੇ ਆਫ ਇੰਡੀਆ ਦੇ ਹੈੱਡਕੁਆਰਟਰਸ ਕਿੱਥੇ ਨੇ ਇਹ ਵੀ ਕੁਐਸਚਨ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ ਬੋਟੈਨੀਕਲ ਸਰਵੇ ਆਫ ਇੰਡੀਆ ਦੇ ਹੈੱਡਕੁਆਰਟਰਸ ਨੇ ਕੋਲਕਾਤਾ ਆਪਸ਼ਨ 3 ਜਿਹੜੇ ਸਿਕਿਉਰਿਟੀ ਕਾਉਂਸਲ ਦੇ ਪ੍ਰੋਸੀਜਰਲ ਮੈਟਰਸ ਦੇ ਡਿਸੀਜਨ ਨੇ ਉਹਨਾਂ ਨੂੰ ਕੁੱਲ ਕਿੰਨੇ ਮੈਂਬਰਸ ਦੀ ਵੋਟ ਚਾਹੀਦੀ ਹੈ ਹਾਂ ਦੇ ਵਿੱਚ ਐਫਰਮੇਟਿਵ ਪੋਜ਼ਿਟਿਵ ਵੋਟ ਸੋ ਡਿਸੀਜਨਸ ਨੂੰ ਪ੍ਰੋਪਰ ਲਾਗੂ ਕਰਨ ਦੇ ਲਈ 9 ਮੈਂਬਰਾਂ ਦੀ ਵੋਟ ਚਾਹੀਦੀ ਹੈ ਆਪਸ਼ਨ 4 ਵਰਲਡ ਬੈਂਕ ਦੇ ਇਸ ਟਾਈਮ ਮੌਜੂਦਾ ਪ੍ਰੈਜ਼ੀਡੈਂਟ ਕੌਣ ਨੇ ਸੋ ਉਹਨੇ ਡੇਵਿਡ ਮਾਲਪਾਸ ਵੈਰੀ ਇੰਪੋਰਟੈਂਟ ਕੁਐਸਚਨ IMF ਕਿਹੜੇ ਮੇਨ ਆਬਜੈਕਟਿਵਸ ਨੂੰ ਪੂਰਾ ਕਰਨ ਦੇ ਲਈ ਇਸਟੈਬਲਿਸ਼ ਕੀਤਾ ਗਿਆ ਸੀ ਸੋ ਉਹਨੇ ABC ਆਪਸ਼ਨ 1 ਇਜ਼ ਦ ਰਾਈਟ ਆਨਸਰ ਇੰਟਰਨੈਸ਼ਨਲ ਮੋਨੇਟਰੀ ਕੋਆਪਰੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਗਲੋਬਲਾਈਜੇਸ਼ਨ ਨੂੰ ਇੰਟਰਨੈਸ਼ਨਲ ਟ੍ਰੇਡ ਨੂੰ ਹੋਰ ਐਕਸਪੈਂਡ ਕਰਨ ਦੇ ਲਈ ਜਿਹੜਾ ਬੈਲੈਂਸ ਆਫ ਟ੍ਰੇਡ ਉਹ ਹੁੰਦਾ ਐਕਸਪੋਰਟ ਇੰਪੋਰਟ ਉਹਦੇ ਵਿੱਚ ਜਿਹੜਾ ਡਿਸਇਕੁਇਲਿਬ੍ਰੀਅਮ ਹੈ ਜ਼ਿਆਦਾ ਐਕਸਪੋਰਟ ਜਾਂ ਫਿਰ ਜ਼ਿਆਦਾ ਇੰਪੋਰਟ ਕੀਤੀ ਜਾਂਦੀ ਹੈ ਜਿਹੜਾ ਇੱਕ ਪ੍ਰੋਪਰ ਡਿਸਬੈਲੈਂਸ ਹੋ ਜਾਂਦਾ ਉਹਨੂੰ ਘਟਾਉਣ ਕਰਕੇ ਸੋ ਬੈਲੈਂਸ ਆਫ ਟ੍ਰੇਡ ਨੂੰ ਠੀਕ ਕਰਨ ਦੇ ਲਈ ਸੋ ਪਹਿਲੀਆਂ 3 ਆਪਸ਼ਨਸ ਨੇ ਜਿਨ੍ਹਾਂ ਦੇ ਕਰਕੇ IMF ਨੂੰ ਲਿਆਂਦਾ ਗਿਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਿੱਥੇ ਬੈਠਦੀ ਹੈ ਸੋ ਇਹ ਬੈਠਦੀ ਹੈ ਹੇਗ ਨੀਦਰਲੈਂਡ ਆਪਸ਼ਨ 2 ਵਰਲਡ ਬੈਂਕ ਦੇ ਕਿਹੜੇ ਇੰਸਟੀਟਿਊਸ਼ਨ ਨੂੰ ਕਿਹਾ ਜਾਂਦਾ ਹੈ ਸੌਫਟ ਲੋਨ ਵਿੰਡੋ ਵੈਰੀ ਇੰਪੋਰਟੈਂਟ ਕੁਐਸਚਨ ਸੋ ਉਹ ਹੈ IDA ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ ਸਿਕਿਉਰਿਟੀ ਕਾਉਂਸਲ ਜਿਹੜੀ ਯੂਨਾਈਟਿਡ ਨੇਸ਼ਨ ਦੀ ਉਹਦੇ ਅੰਦਰ ਕਿੰਨੇ ਮੈਂਬਰ ਨੇ ਵੈਰੀ ਇੰਪੋਰਟੈਂਟ ਕੁਐਸਚਨ ਸੋ 5 ਪਰਮਾਨੈਂਟ 10 ਨਾਨ ਪਰਮਾਨੈਂਟ ਆਪਸ਼ਨ 1 ਇਹਦਾ ਰਾਈਟ ਆਨਸਰ ਹੈ ਤੁਹਾਨੂੰ ਐਗਜ਼ਾਮ ਦੇ ਲਈ ਡੈਫੀਨਿਟਲੀ ਪਤਾ ਹੋਣਾ ਚਾਹੀਦਾ ਇਹ 15 ਦੇ 15 ਮੈਂਬਰ ਕੰਟਰੀਜ਼ ਦਾ ਨਾਮ ਪਰਮਾਨੈਂਟ ਕਿਹੜੇ ਨੇ ਨਾਨ ਪਰਮਾਨੈਂਟ ਕਿਹੜੇ ਨੇ ਸੈਕਟਰੀ ਜਨਰਲ ਜਿਹੜੇ UN ਨੂੰ ਉਹਨੂੰ ਕੌਣ ਅਪਾਇੰਟ ਕਰਦਾ ਹੈ ਸੋ ਇਹਦੇ ਨਾਲ ਰਿਲੇਟਡ ਆਪਣੇ ਸਟਾਰਟਿੰਗ ਵਿੱਚ ਵੀ ਕੁਐਸਚਨ ਦੇਖਿਆ ਸੀ ਸੈਕਟਰੀ ਜਨਰਲ ਹੈ ਜਿਹੜੀ UN ਦੀ ਉਹਨੂੰ ਜਨਰਲ ਅਸੈਂਬਲੀ ਹੀ ਅਪਾਇੰਟ ਕਰਦੀ ਹੈ ਪਰ ਉੱਥੇ ਨਾਲ ਮਦਦ ਕਰਦੀ ਹੈ ਰეკਮੈਂਡ ਕਰਦੀ ਹੈ ਨਾਮ ਸਿਕਿਉਰਿਟੀ ਕਾਉਂਸਲ ਸੋ ਆਪਸ਼ਨ 4 ਇਜ਼ ਦ ਰਾਈਟ ਆਨਸਰ WTO ਨੂੰ ਪਹਿਲਾਂ ਕੀ ਕਿਹਾ ਜਾਂਦਾ ਸੀ WTO ਆਇਆ 1995 ਵਿੱਚ ਇਸ ਤੋਂ ਪਹਿਲਾਂ ਸੀ GATT ਆਪਸ਼ਨ 1
Who is the present Secretary General of United Nations? Present Secretary General है, very important question. Antonio Guterres, option 2. World Health Organization ਦੇ headquarters ਕਿੱਥੇ ਨੇ? ਸੋ ਉਹ ਨੇ Geneva, option 2. International Monetary Fund ਨੇ ਇੰਡੀਆ ਦੀ ਮਦਦ ਕੀਤੀ ਸੀ ਕਿਸ ਚੀਜ਼ ਲਈ? ਸੋ ਇੰਡੀਆ ਦੀ ਮਦਦ ਕਰਦੇ ਆ ਲੌਂਗ ਟਰਮ ਕੈਪੀਟਲ ਦੇ ਕੇ ਰੀਕਨਸਟਰਕਸ਼ਨ ਤੇ ਡਿਵੈਲਪਮੈਂਟ ਦੇ ਕੰਮਾਂ ਨੂੰ ਪੂਰਾ ਕਰਨ ਦੇ ਲਈ, option 2. ਸਿਕਿਉਰਿਟੀ ਕਾਉਂਸਲ ਅੰਦਰ ਕੁੱਲ ਕਿੰਨੇ ਪਰਮਾਨੈਂਟ ਮੈਂਬਰ ਨੇ? ਸੋ ਆਪਾਂ ਨੇ ਪਿੱਛੇ ਹੀ ਦੇਖਿਆ ਇਹਦਾ ਸਟਰਕਚਰ। ਸੋ 5 ਪਰਮਾਨੈਂਟ ਤੇ 10 ਨਾਨ ਪਰਮਾਨੈਂਟ, ਆਪਸ਼ਨ 2. ਕਿਹੜੀ ਕੰਟਰੀ ਇਹਨਾਂ ਚਾਰਾਂ ਦੇ ਵਿੱਚੋਂ ਜਿਹੜੀ ਸਿਕਿਉਰਿਟੀ ਕਾਉਂਸਲ ਦੀ ਪਰਮਾਨੈਂਟ ਮੈਂਬਰ ਨਹੀਂ ਹੈ? ਸੋ ਉਹ ਹੈ ਜਰਮਨੀ, ਆਪਸ਼ਨ 2. ਯੂਨੈਸਕੋ ਵਰਲਡ ਹੈਰੀਟੇਜ ਸਾਈਟ ਇੰਡੀਆ ਲੇਟੈਸਟ ਐਡੀਸ਼ਨ ਇਹਦੇ ਵਿੱਚ ਕਿਹੜਾ ਹੈ? ਸੋ ਉਹ ਹੈ ਸਾਈਟ ਹੈਰੀਟੇਜ ਸਾਈਟ ਧੌਲਾਵੀਰਾ ਗੁਜਰਾਤ ਵਿੱਚ ਹੈ ਤੇ ਇਹ ਸਾਲ 2021 ਵਿੱਚ ਐਡ ਹੋਈ ਹੈ। ਵੈਰੀ ਵੈਰੀ ਇੰਪੋਰਟੈਂਟ। IMF ਦੇ ਰੂਲਸ ਦੇ ਮੁਤਾਬਿਕ ਜਿਹੜਾ ਹਰ ਮੈਂਬਰ ਹੈ ਉਹਨੂੰ ਆਪਣੀ ਲੀਗਲ ਟੈਂਡਰ ਮਨੀ ਹੈ US ਡਾਲਰ ਦੇ ਨਾਲ ਹੋਰ ਕਿਸ ਚੀਜ਼ ਵਿੱਚ ਡਿਕਲੇਅਰ ਕਰਨੀ ਪੈਂਦੀ ਹੈ? ਸੋ US ਡਾਲਰ ਦੇ ਨਾਲ 골ਡ, ਆਪਸ਼ਨ 2. UN ਜਨਰਲ ਅਸੈਂਬਲੀ ਦੀ ਪਹਿਲੀ ਮਹਿਲਾ ਪ੍ਰੈਜ਼ੀਡੈਂਟ ਕੌਣ ਰਹੀ? So the name is Vijay Lakshmi Pandit, option C, very very important. OPEC, Organization of Petroleum Exporting Country, the headquarters kithe ne? Another important question on headquarters, option 1 is the right answer. World Bank ਨੂੰ ਹੋਰ ਕੀ ਕਿਹਾ ਜਾਂਦਾ ਹੈ? World Bank ਦਾ ਦੂਜਾ ਨਾਮ ਹੈ IBRD। ਇਹ ਵੀ ਬਹੁਤ ਵਾਰ ਐਗਜ਼ਾਮ ਵਿੱਚ ਪੁੱਛਿਆ ਗਿਆ ਕੁਐਸਚਨ, International Bank for Reconstruction and Development। WTO ਦਾ ਜਿਹੜਾ ਅਗਰੀਮੈਂਟ ਹੋਇਆ ਸੀ ਉਹਦੇ ਅਨੁਸਾਰ ਇੰਡੀਆ ਦਾ ਜਿਹੜਾ ਪੇਟੈਂਟ ਐਕਟ ਸੀ ਉਹਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਪਈਆਂ 1999 ਵਿੱਚ। ਐਕਟ ਪਹਿਲੀ ਵਾਰੀ ਕਦੋਂ ਆਇਆ ਸੀ? ਇੰਡੀਅਨ ਪੇਟੈਂਟ ਐਕਟ ਆਇਆ ਸੀ 1970 ਵਿੱਚ, ਆਪਸ਼ਨ 2. The capital of IMF is made up by contribution। ਜਿਹੜੀ IMF ਦੀ ਕੈਪੀਟਲ ਹੈ ਇਹ ਉਹਦੇ ਮੈਂਬਰ ਨੇਸ਼ਨਸ ਨੇ ਜਿਹੜੇ ਉਹੀ ਕੰਟਰੀਬਿਊਟ ਕਰਕੇ ਤਿਆਰ ਕਰਦੇ ਨੇ। ਕਿਹੜੀ ਕੰਟਰੀ ਹੈ ਇਹਨਾਂ ਚਾਰਾਂ ਦੇ ਵਿੱਚੋਂ ਜਿਹੜੀ UN Security Council ਦੀ permanent member ਹੈ? So that is China, option 2. According to resolution adopted by UN General Assembly, International Day of Peace ਹਰ ਸਾਲ ਕਿਸ ਦਿਨ observe ਕੀਤਾ ਜਾਂਦਾ ਹੈ? Very important international date। So International Day of Peace ਤੇ ਇਹਨੂੰ ਤਿਆਰ ਕਿਹਨੇ ਕੀਤਾ ਸੀ? ਇਹਦੇ ਲਈ resolution ਕਿਹਨੇ ਲਿਆਂਦਾ ਸੀ? UNGA ਨੇ 21 ਸਤੰਬਰ, option 3. Latest APEC summit ਕਿੱਥੇ ਹੋਇਆ? ਸੋ ਏਸ਼ੀਆ ਪੈਸੀਫਿਕ ਇਕਨੋਮਿਕ ਕਾਰਪੋਰੇਸ਼ਨ summit ਹੋਇਆ ਸੀ ਕੋਵਿਡ ਤੋਂ ਪਹਿਲਾਂ 2020 ਵਿੱਚ ਮਲੇਸ਼ੀਆ, ਆਪਸ਼ਨ 4. ਇੰਡੀਆ UN ਦਾ ਮੈਂਬਰ ਕਦੋਂ ਬਣਿਆ? ਸੋ ਇਹ ਬਣਿਆ ਸੀ 1945। ਇਹ ਬਾਰ-ਬਾਰ ਕੁਐਸਚਨ ਰਿਪੀਟ ਹੋ ਰਿਹਾ ਹੈ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਹੈ FAO, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦੇ ਹੈੱਡਕੁਆਰਟਰ ਕਿੱਥੇ ਨੇ? ਸੋ ਇਹਦੇ ਹੈੱਡਕੁਆਰਟਰ ਨੇ ਰੋਮ, ਆਪਸ਼ਨ 4. ਵਰਲਡ ਬੈਂਕ ਜਦੋਂ ਲੋਨ ਦੇ ਕੇ ਅਲੱਗ-ਅਲੱਗ ਦੇਸ਼ਾਂ ਦੀ ਹੈਲਪ ਕਰਦਾ ਹੈ, ਮਦਦ ਕਰਦਾ, ਉਹਦਾ ਮੇਨ ਕੰਮ ਕੀ ਹੁੰਦਾ? ਵਰਲਡ ਬੈਂਕ ਹੈਲਪ ਕਿਉਂ ਦਿੰਦਾ ਹੈ? ਸੋ ਉਹ ਦਿੰਦਾ ਹੈ ਜਿਹੜੇ ਵੀ ਕੰਟਰੀਜ਼ ਨੂੰ ਜ਼ਰੂਰਤ ਹੈ ਉਹਨਾਂ ਦੀ ਰੀਕਨਸਟਰਕਸ਼ਨ ਤੇ ਡਿਵੈਲਪਮੈਂਟ ਲਈ। ਇਹ ਮੇਨ ਮਕਸਦ ਹੈ ਲੋਨ ਦੇਣ ਦਾ ਵਰਲਡ ਬੈਂਕ ਦਾ, ਆਪਸ਼ਨ 1. ਯੂਨਾਈਟਿਡ ਨੇਸ਼ਨ ਆਫੀਸ਼ੀਅਲੀ ਕਦੋਂ ਆਇਆ? ਆਫੀਸ਼ੀਅਲੀ ਐਗਜ਼ਿਸਟੈਂਸ ਵਿੱਚ ਆਇਆ 24 ਅਕਤੂਬਰ 1945, ਆਪਸ਼ਨ 3. Which of the following country ਇਹਨਾਂ ਦੇ ਵਿੱਚੋਂ UNO Security Council ਦੀ permanent member ਕਿਹੜੀ ਕੰਟਰੀ ਨਹੀਂ ਹੈ? UN Security Council ਹੋ ਗਿਆ, ਨਾਟੋ ਹੋ ਗਿਆ। ਇਹ ਕੁਝ ਇਹੋ ਜਿਹੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਇਸ ਟਾਈਮ ਪਿਛਲੇ 4-5 ਮਹੀਨਿਆਂ ਤੋਂ ਜਦੋਂ ਤੋਂ ਯੂਕਰੇਨ ਰਸ਼ੀਆ ਵਾਰ ਚੱਲ ਰਹੀ ਹੈ, ਕਨਫਲਿਕਟ ਚੱਲ ਰਹੀ ਹੈ, ਉਦੋਂ ਤੋਂ ਨਿਊਜ਼ ਵਿੱਚ ਨੇ। ਸੋ ਐਗਜ਼ਾਮ ਵਿੱਚ 100% ਤੁਸੀਂ ਇਹਨਾਂ ਉੱਤੇ ਕੁਐਸਚਨ ਐਕਸਪੈਕਟ ਕਰ ਸਕਦੇ ਹੋ। ਇਹਨਾਂ ਦੀ ਸਾਰੀ ਡੀਟੇਲਿੰਗ ਤੁਹਾਨੂੰ ਜ਼ਰੂਰ ਐਗਜ਼ਾਮ ਦੇ ਲਈ ਪਤਾ ਹੋਣੀ ਚਾਹੀਦੀ ਹੈ। ਸੋ UN Security Council ਦੇ ਜਿਹੜੀ ਕੰਟਰੀ ਪਰਮਾਨੈਂਟ ਮੈਂਬਰ ਨਹੀਂ ਹੈ that is Japan, option 3. ਨੈਕਸਟ ਨਾਟੋ ਦੇ ਨਾਲ ਰਿਲੇਟਡ ਕੁਐਸਚਨ ਆ ਗਿਆ। ਨਾਟੋ ਦੀ ਫੁੱਲ ਫਾਰਮ ਕੀ ਹੈ? ਸੋ ਇਹਦੀ ਫੁੱਲ ਫਾਰਮ ਹੈ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਅਰਥ ਸਮਿਟ, ਸੇਵ ਅਰਥ, ਇਹਨੂੰ ਕੌਣ ਸਪਾਂਸਰ ਕਰਦਾ ਹੈ? ਬਾਰ-ਬਾਰ ਪੁੱਛੇ ਜਾਣ ਵਾਲਾ ਕੁਐਸਚਨ। ਇਹਨੂੰ ਸਪਾਂਸਰ ਕਰਦੀ ਹੈ UNCET, ਆਪਸ਼ਨ 2. WTO ਕਿਸ ਚੀਜ਼ ਨੂੰ ਪ੍ਰਮੋਟ ਕਰਦਾ ਹੈ? ਇਹਦੇ ਨਾਲ ਹੀ ਕੁਝ ਰਿਲੇਟਡ ਕੁਐਸਚਨ ਸਟਾਰਟਿੰਗ ਵਿੱਚ ਵੀ ਦੇਖਿਆ ਸੀ। WTO ਪ੍ਰਮੋਟ ਕਰਦਾ ਹੈ, ਫੈਸਿਲਿਟੇਟ ਕਰਦਾ ਹੈ ਬੇਸਿਕਲੀ ਮਲਟੀਲੇਟਰਲ ਟ੍ਰੇਡ ਨੂੰ ਆਪਣੀਆਂ ਮੈਂਬਰ ਕੰਟਰੀਜ਼ ਦੇ ਵਿਚਕਾਰ। ਜਿਹੜੇ
ਇੱਕ ਤਾਂ ਹੁੰਦੇ ਨੇ ਪਰਮਾਨੈਂਟ ਮੈਂਬਰ ਜੋ 5 ਨੇ ਸਿਕਿਉਰਿਟੀ ਕਾਉਂਸਲ ਦੇ, ਇੱਕ ਨੇ 10 ਨਾਨ ਪਰਮਾਨੈਂਟ ਮੈਂਬਰ। ਜਿਹੜੇ ਨਾਨ ਪਰਮਾਨੈਂਟ ਮੈਂਬਰ ਨੇ ਉਹ ਕਿੰਨੇ ਸਮੇਂ ਦੇ ਲਈ ਇਲੈਕਟ ਕੀਤੇ ਜਾਂਦੇ ਨੇ, ਸੋ ਉਹਨਾਂ ਦਾ ਜਿਹੜਾ ਟਾਈਮ ਹੈ, ਟੈਨਿਓਰ ਹੈ, that is of 2 years, option 2। ਆਈਸੀਜੇ ਕਿੱਥੇ ਬੈਠਦੀ ਹੈ? ਇੰਟਰਨੈਸ਼ਨਲ ਕੋਰਟ ਆਫ ਜਸਟਿਸ ਸਿਟਸ ਇਨ ਦ ਹੇਗ, ਨੀਦਰਲੈਂਡ, ਆਪਸ਼ਨ 2। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਕਦੋਂ ਆਪਣਾ ਕੰਮ ਸਟਾਰਟ ਕੀਤਾ? ਇਹ ਆਰਗੇਨਾਈਜੇਸ਼ਨ ਨੇ ਸਟਾਰਟ ਹੋਈ 1995 ਵਿੱਚ, ਆਪਸ਼ਨ 3। Which of the following is not a function? IMF ਦਾ ਇਹਨਾਂ ਦੇ ਵਿੱਚੋਂ ਕਿਹੜਾ ਕੰਮ ਨਹੀਂ ਹੈ? ਸੋ ਉਹ ਹੈ ਕਿ IMF ਨਵੀਂ ਮਨੀ ਕ੍ਰੀਏਟ ਨਹੀਂ ਕਰਦੀ, ਐਕਸਚੇਂਜ ਰੇਟ ਨੂੰ ਸਟੇਬਲਾਈਜ਼ ਕਰਨ ਲਈ। ਇਹਦਾ ਕੰਮ ਹੈ ਸਿਰਫ ਸ਼ਾਰਟ ਟਰਮ ਮਦਦ ਦੇਣੀ, ਕ੍ਰੈਡਿਟ ਲੋਨ ਦੇਣੇ, ਕੋਈ ਕਰੰਸੀ ਕਨਵਰਟ ਕਰਨੀ ਹੈ, ਕੋਈ ਇਸ ਤਰ੍ਹਾਂ ਦੇ ਅਰੇਂਜਮੈਂਟ ਕਰਨੇ ਨੇ, ਉਹ ਕਰਨੇ। ਦੋ ਦੇਸ਼ਾਂ ਦੇ ਵਿਚਕਾਰ ਜਾਂ ਪੂਰੇ ਓਵਰਆਲ ਗਲੋਬਲ ਲੈਵਲ ਦੇ ਉੱਤੇ ਕੋਈ ਫੋਰਨ ਐਕਸਚੇਂਜ ਰੇਟ ਦੇ ਵਿੱਚ ਠਹਿਰਾਵ ਲੈ ਕੇ ਆਉਣਾ, ਸਟੇਬਿਲਿਟੀ ਲੈ ਕੇ ਆਉਣੀ ਆ, ਉਹ ਸਾਰੀਆਂ ਚੀਜ਼ਾਂ ਕਰਦੀ ਹੈ IMF, ਪਰ ਇਹ ਨਵੀਂ ਮਨੀ ਕ੍ਰੀਏਟ ਨਹੀਂ ਕਰਦੀ। When did India join United Nations? ਇੰਡੀਆ ਨੇ UN ਨੂੰ ਜੁਆਇਨ ਕੀਤਾ 1945, ਆਪਸ਼ਨ 1। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ, ਇਹਦੇ ਹੈੱਡਕੁਆਰਟਰਸ ਬਹੁਤ ਵਾਰੀ ਐਗਜ਼ਾਮ ਪੁੱਛੇ ਜਾਂਦੇ ਨੇ, ਇਹਦੇ ਹੈੱਡਕੁਆਰਟਰਸ ਨੇ ਵੀਨਾ, ਆਪਸ਼ਨ 3। ਜਿਹੜੇ ਯੂਐਨਓ ਦੇ ਮੈਂਬਰ ਸਟੇਟਸ ਨੇ ਉਹਨਾਂ ਨੂੰ ਇੱਕ ਪ੍ਰਾਇਮਰੀ ਰਿਸਪੌਂਸਿਬਿਲਿਟੀ ਦਿੱਤੀ ਜਾਂਦੀ ਹੈ ਕਿ ਉਹਨਾਂ ਨੇ ਪੂਰੀ ਦੁਨੀਆ ਵਿੱਚ ਪੀਸ, ਸ਼ਾਂਤੀ ਬਣਾਏ ਰੱਖਣੀ ਹੈ ਤੇ ਸਿਕਿਉਰਿਟੀ। ਸੋ ਕਿਹੜੀ ਇਹ ਜਿਹੀ ਆਰਗੇਨਾਈਜੇਸ਼ਨ ਹੈ, ਕਿਹੜਾ ਇਹ ਜਿਹਾ ਇੰਪੋਰਟੈਂਟ ਪਾਰਟ ਹੈ, ਆਰਗਨ ਹੈ ਬੇਸਿਕਲੀ ਯੂਨਾਈਟਿਡ ਨੇਸ਼ਨ ਦਾ, ਜਿਹੜਾ ਪੀਸ ਤੇ ਸਿਕਿਉਰਿਟੀ ਮੇਨਟੇਨ ਕਰਨ ਦਾ ਕੰਮ ਕਰਦਾ ਹੈ? ਸੋ ਉਹ ਹੈ UN ਸਿਕਿਉਰਿਟੀ ਕਾਉਂਸਲ, ਆਪਸ਼ਨ 3। ਕਿਹੜੀ ਕੰਟਰੀ ਹੈ ਇਹਨਾਂ ਚਾਰਾਂ ਦੇ ਵਿੱਚੋਂ ਜਿਹੜੀ UN ਸਿਕਿਉਰਿਟੀ ਕਾਉਂਸਲ ਦੀ ਪਰਮਾਨੈਂਟ ਮੈਂਬਰ ਹੈ? that is China, option 2। which among the following would give more weightage? ਇੰਡੀਆ ਨੇ ਪਰਮਾਨੈਂਟ ਮੈਂਬਰ ਬਣਨ ਦਾ ਪ੍ਰਪੋਜ਼ਲ ਰੱਖਿਆ ਹੋਇਆ UN ਸਿਕਿਉਰਿਟੀ ਕਾਉਂਸਲ ਦੇ ਅੱਗੇ। ਕਿਹੜਾ ਰੀਜ਼ਨ ਹੋ ਸਕਦਾ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਮੇਨ ਕਾਰਨ ਬਣ ਸਕਦਾ ਹੈ ਇੰਡੀਆ ਨੂੰ ਜ਼ਿਆਦਾ weightage ਮਿਲ ਸਕਦੀ ਹੈ ਕਿ ਇੰਡੀਆ ਜਲਦੀ ਹੀ UN ਸਿਕਿਉਰਿਟੀ ਕਾਉਂਸਲ ਦੀ ਪਰਮਾਨੈਂਟ ਮੈਂਬਰ ਬਣ ਜਾਵੇ? ਸੋ ਇਹ ਤਿੰਨੋਂ ਹੀ ਕਾਰਨ ਨੇ ਜਿਹੜੇ ਇੰਡੀਆ ਨੂੰ weightage ਦਿੰਦੇ ਨੇ ਇੰਡੀਆ ਦੇ ਪ੍ਰਪੋਜ਼ਲ ਨੂੰ। ਸੋ ਰਾਈਟ ਆਨਸਰ ਹੈ ਆਪਸ਼ਨ D, all the above। Next is the headquarters of IMF, International Monetary Fund ਦੇ headquarters ਨੇ Washington DC, option 3। Universal Declaration on Human Rights ਨੂੰ United Nations General Assembly ਨੇ ਕਦੋਂ ਅਡਾਪਟ ਕੀਤਾ? ਇਹ ਕੁਐਸਚਨ ਪਿਛਲੇ ਹੀ ਸਾਲ ਦੇ ਪੰਜਾਬ ਗਵਰਨਮੈਂਟ ਦੇ ਐਗਜ਼ਾਮ ਵਿੱਚ ਪੁੱਛਿਆ ਗਿਆ ਸੀ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਤੇ ਉੱਥੇ ਐਜ਼ ਇਟ ਇਜ਼ ਇਹ ਪੂਰੀ ਦੀ ਪੂਰੀ ਡੇਟ ਪੁੱਛੀ ਗਈ ਸੀ, ਸਿਰਫ ਈਅਰ ਨਹੀਂ। ਸੋ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟ ਨੂੰ ਅਡਾਪਟ ਕੀਤਾ ਸੀ UN ਜਨਰਲ ਅਸੈਂਬਲੀ ਨੇ 10 ਦਸੰਬਰ 1948, ਆਪਸ਼ਨ 2। Who among the following Indian? ਇਹਨਾਂ ਦੇ ਵਿੱਚੋਂ ਕਿਹੜੇ ਭਾਰਤੀ ਨੇ ਜਿਨ੍ਹਾਂ ਨੇ UNESCO ਨੂੰ ਪ੍ਰੈਜ਼ਾਈਡ ਓਵਰ ਕੀਤਾ ਸੀ, ਉਹਦੇ ਪ੍ਰੈਜ਼ੀਡੈਂਟ ਬਣੇ ਸੀ? ਸੋ ਉਹਨੇ ਆਪਸ਼ਨ 3 ਡਾਕਟਰ S Radhakrishnan। So this was all about part 1 on important organization. Rest will cover up in part 2. Please do like, share, subscribe and comment on my videos. Support my channel. Thank you and good luck.